ਧੰਨ ਵਾਹਿਗੁਰੂ ਸਾਹਿਬ ਜੀਓ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ। ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਪਰਮ ਸਨਮਾਨਯੋਗ ਗੁਰੂ ਸਵਾਰੇ ਸਤ ਸੰਗੀ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਆਪ ਜੀਆਂ ਦੇ ਨਾਲ ਆਪਾਂ ਸਾਰੇ ਹੀ ਰਲ ਮਿਲ ਕੇ ਆਨੰਦ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਤੇ ਇਸ ਲੜੀ ਦੇ ਤਹਿਤ ਆਪ ਜੀਆਂ ਦੇ ਨਾਲ ਇਸ ਪਾਵਨ ਬਾਣੀ ਦੀ 20ਵੀਂ ਪੌੜੀ ਦਾ ਪਾਠ ਹੁਣੇ ਬੜੇ ਪਿਆਰ ਦੇ ਨਾਲ ਸਾਂਝਾ ਕੀਤਾ ਹੈ। ਆਓ ਇਸ ਪਾਵਨ ਪੌੜੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਿਤਾ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੇ ਨਾਲ ਸਾਂਝ ਪਾਈਏ ਜੀ। ਪਰਵਾਨੋ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਕੱਲ ਆਪਾਂ ਇਸ ਤੋਂ ਪਹਿਲੀ ਪੌੜੀ ਭਾਵ 19ਵੀਂ ਪੌੜੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕੀਤਾ ਸੀ, ਜਿਸ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਐਸੇ ਇਨਸਾਨ ਦਾ ਜ਼ਿਕਰ ਕੀਤਾ, ਇੱਕ ਐਸੇ ਮਨੁੱਖ ਨੂੰ ਪਾਤਰ ਬਣਾ ਕਰਕੇ ਵਿਚਾਰ ਸਾਡੇ ਸਾਹਮਣੇ ਰੱਖੇ, ਜਿਹੜਾ ਮਨੁੱਖ ਬਾਹਰੋਂ ਤਾਂ ਕੁਝ ਹੋਰ ਨਜ਼ਰ ਆ ਰਿਹਾ ਹੈ, ਪਰ ਉਹਦੇ ਅੰਦਰ ਉਹਦੇ ਮਨ ਦੇ ਵਿੱਚ ਕੁਝ ਹੋਰ ਹੈ, ਜਿਹਨੂੰ ਸਤਿਗੁਰੂ ਜੀ ਨੇ ਇਸ ਢੰਗ ਦੇ ਨਾਲ ਬਿਆਨ ਕੀਤਾ ਸੀ, ਜੀਉ ਮੈਲੇ ਬਾਹਰੋਂ ਨਿਰਮਲ। ਸਤਿਗੁਰੂ ਜੀ ਕਹਿਣ ਲੱਗੇ ਐਸੇ ਲੋਕ ਵੀ ਨੇ ਜਿਹੜੇ ਅੰਦਰੋਂ ਤਾਂ ਮੈਲੇ ਨੇ, ਵਿਚਾਰ ਤਾਂ ਉਹਨਾਂ ਦੇ ਮਾੜੇ ਨੇ, ਗੰਧਲੇ ਨੇ, ਪਰ ਬਾਹਰੋਂ ਆਪਣੇ ਆਪ ਨੂੰ ਬੜਾ ਪਵਿੱਤਰ ਉਹ ਪ੍ਰਗਟ ਕਰ ਰਹੇ ਨੇ। ਬਾਹਰ ਦੀ ਪਵਿੱਤਰਤਾ ਨੂੰ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਬਹੁਤਾਤ ਅਹਿਮੀਅਤ ਦਿੱਤੀ ਹੈ। ਖੈਰ, ਅੱਜ ਦੀ ਇਸ ਪਾਵਨ ਪੌੜੀ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਐਸੇ ਮਨੁੱਖ ਨੂੰ ਪਾਤਰ ਬਣਾਇਆ ਹੈ, ਜਿਹਦੇ ਬਾਰੇ ਸਤਿਗੁਰੂ ਜੀ ਕਹਿੰਦੇ ਨੇ ਜੀਉ ਨਿਰਮਲ ਬਾਹਰੋਂ ਨਿਰਮਲ। ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਕਹਿਣ ਲੱਗੇ ਇਹੋ ਜਿਹੇ ਇਨਸਾਨ
ਬਾਹਰੋਂ ਵੀ ਪਵਿੱਤਰ ਨੇ ਤੇ ਉਹ ਅੰਦਰੋਂ ਵੀ ਪਵਿੱਤਰ ਨੇ। ਜੀਓ ਨਿਰਮਲ, ਜੀਓ ਦੇ ਅਰਥ ਨੇ ਜਿੰਦ। ਉਹਨਾਂ ਦਾ ਹਿਰਦਾ ਵੀ, ਉਹਨਾਂ ਦੇ ਵਿਚਾਰ ਵੀ, ਉਹਨਾਂ ਦਾ ਮਨ ਵੀ ਜਿਹੜਾ ਹੈ ਉਹ ਪਵਿੱਤਰ ਹੈ। ਤੇ ਜੇ ਮਨ ਪਵਿੱਤਰ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਫਿਰ ਬਾਹਰਲੀ ਪਵਿੱਤਰਤਾ ਵੀ ਜਿਹੜੀ ਹੈ ਉਹ ਕਬੂਲ ਹੈ। ਵੇਖੋ ਗੁਰੂ ਸਾਹਿਬ ਜੀ ਨੇ ਬੜੀ ਪਿਆਰੀ ਗੱਲ ਇਹਨਾਂ ਪੰਕਤੀਆਂ ਦੇ ਵਿੱਚ ਸਾਡੇ ਸਾਹਮਣੇ ਰੱਖੀ ਹੈ। ਪਹਿਲੀ ਪੰਕਤੀ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਜੀਓ ਨਿਰਮਲ, ਬਾਹਰੋਂ ਨਿਰਮਲ, ਤੇ ਨਾਲ ਹੀ ਸਤਿਗੁਰੂ ਜੀ ਕਹਿ ਲਗੇ ਬਾਹਰੋਂ ਤਾਂ ਨਿਰਮਲ। ਬਾਹਰੋਂ ਤੂੰ ਤਾਂ ਨਿਰਮਲ ਹੈ, ਬਾਹਰੋਂ ਤੂੰ ਤਾਂ ਪਵਿੱਤਰ ਹੈ। ਜੀਓ ਨਿਰਮਲ, ਜੇ ਅੰਦਰੋਂ ਪਵਿੱਤਰ ਹੈ ਤੇ। ਸੋ ਗੁਰੂ ਸਾਹਿਬ ਜੀ ਨੇ ਕਿੰਨੀ ਪਿਆਰੀ ਇਹ ਗੱਲ ਸਾਡੇ ਸਾਹਮਣੇ ਰੱਖੀ। ਸਤਿਗੁਰੂ ਜੀ ਕਹਿਣ ਲੱਗੇ ਬਾਹਰਲੀ ਪਵਿੱਤਰਤਾ ਨੂੰ ਪਹਿਲ ਦੇਣ ਵਾਲਿਆ, ਬਾਹਰੋਂ ਤੂੰ ਤਾਂ ਪਵਿੱਤਰ ਹੈ ਜੇ ਤੂੰ ਅੰਦਰੋਂ ਪਵਿੱਤਰ ਹੈ ਤੇ ਜੇ ਤੇਰਾ ਅੰਦਰ ਪਵਿੱਤਰ ਨਹੀਂ ਹੈ ਫਿਰ ਬਾਹਰ ਭਾਵੇਂ ਜਿੰਨੀ ਮਰਜ਼ੀ ਪਵਿੱਤਰਤਾ ਰੱਖੀ ਰੱਖ, ਬਾਹਰ ਫਿਰ ਭਾਵੇਂ ਤੂੰ ਜਿੰਨੇ ਮਰਜ਼ੀ ਸਾਧਨ ਵਰਤ ਲੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਰੰਭ ਦੇ ਵਿੱਚ ਹੀ ਇਹ ਗੱਲ ਕਹਿ ਦਿੱਤੀ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸਤਿਗੁਰੂ ਜੀ ਕਹਿ ਲਗੇ ਫਿਰ ਬਾਹਰਲੀ ਪਵਿੱਤਰਤਾ ਨੂੰ ਰੱਖਣ ਦੇ ਨਾਲ ਤੇਰਾ ਅੰਦਰੋਂ ਮਨ ਪਵਿੱਤਰ ਨਹੀਂ ਹੋ ਸਕਦਾ, ਭਾਵੇਂ ਤੂੰ ਲੱਖਾਂ ਵਾਰੀ ਇਸ ਸਰੀਰ ਦੀ ਪਵਿੱਤਰਤਾ ਨੂੰ ਪਹਿਲ ਦਿੰਦਾ ਰਹੇ, ਲੱਖਾਂ ਵਾਰੀ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ, ਕਹਿ ਲੱਗੇ ਬਾਹਰੋਂ ਤਾਂ ਨਿਰਮਲ। ਧਿਆਨ ਰੱਖੀ ਬਾਹਰੋਂ ਵੀ ਤੂੰ ਤਾਂ ਹੀ ਪਵਿੱਤਰ ਹੈ। ਜੀਓ ਨਿਰਮਲ, ਜੇ ਤੂੰ ਅੰਦਰੋਂ ਪਵਿੱਤਰ ਹੈ, ਜਿੰਦ ਕਰਕੇ ਪਵਿੱਤਰ ਹੈ, ਜੇ ਤੇਰੇ ਵਿਚਾਰ ਚੰਗੇ ਨੇ, ਤੇਰਾ ਮਨ ਪਵਿੱਤਰ ਹੈ। ਤੇ ਜੇ ਮਨ ਦੇ ਵਿੱਚ ਪਵਿੱਤਰਤਾ ਨਹੀਂ ਹੈ ਤੇ ਸਤਿਗੁਰੂ ਜੀ ਕਹਿ ਲਗੇ ਫਿਰ ਬਾਹਰਲੀ ਪਵਿੱਤਰਤਾ ਜਿਹੜੀ ਹੈ ਉਹ ਕਿਸੇ ਅਰਥ ਨਹੀਂ ਹੈ। ਜਿਵੇਂ ਆਪਾਂ ਆਸਾ ਕੀ ਵਾਰ ਦੇ ਵਿੱਚੋਂ ਸਾਧ ਸੰਗਤ ਜੀ ਇਹ ਬਚਨ ਪੜ੍ਹਦੇ ਆ ਨਾ, ਸੁੱਚ ਹੋਵੇ ਤਾਂ ਸੱਚ ਪਾਈਏ। ਹੁਣ ਵੈਸੇ ਨਾ ਸਾਡੇ ਕੌਮ ਦੇ ਇੱਕ ਜਥੇਦਾਰ ਨੇ, ਖਿਮਾ ਕਰਨਾ, ਉਹਨੇ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਇਸ ਪੰਕਤੀਆਂ ਦੇ ਅਰਥ ਜਿਹੜੇ ਸਨ ਉਹ ਗਲਤ ਕਰ ਦਿੱਤੇ। ਜਦੋਂ ਮੋਦੀ ਨੇ ਸਫਾਈ ਅਭਿਆਨ ਚਲਾਇਆ ਨਾ, ਸਵੱਛ ਭਾਰਤ ਦੇ ਵਿੱਚ ਸਵੱਛ ਭਾਰਤ ਦਾ ਹੋਕਾ ਦਿੱਤਾ, ਤੇ ਸਾਡੀ ਕੌਮ ਦੇ ਉਸ ਜਥੇਦਾਰ ਨੇ ਉਸ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਉਸਨੇ ਇਹਨਾਂ ਪੰਕਤੀਆਂ ਦੇ ਅਰਥ ਜਿਹੜੇ ਸਨ ਉਹ ਅਨਰਥ ਕਰ ਦਿੱਤੇ। ਵੈਸੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹਨਾਂ ਪੰਕਤੀਆਂ ਦੇ ਬੜੇ ਪਿਆਰੇ ਅਰਥ ਕਰਦੇ ਨੇ। ਸੋਚ ਹੋਵੇ ਤਾਂ ਸੱਚ ਪਾਈਏ। ਸਤਿਗੁਰੂ ਜੀ ਕਹਿਣਗੇ ਤਾਂ ਹੀ ਤੇਰੇ ਜੀਵਨ ਦੇ ਵਿੱਚ ਪਵਿੱਤਰਤਾ ਰਹਿ ਸਕਦੀ ਹੈ ਜੇ ਤੂੰ ਉਸ ਸੱਚ ਪਰਮਾਤਮਾ ਨੂੰ ਪ੍ਰਾਪਤ ਕਰ ਲਵੇਂ। ਤਾਂ ਹੀ ਤੇਰੇ ਜੀਵਨ ਦੇ ਵਿੱਚ ਪਵਿੱਤਰਤਾ ਆ ਸਕਦੀ ਹੈ ਜੇ ਤੂੰ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲਵੇਂ, ਜੇ ਸੱਚ ਤੇਰੀ ਜ਼ਿੰਦਗੀ ਦਾ ਹਿੱਸਾ ਬਣ ਜਾਵੇ। ਤੇ ਸਾਧ ਸੰਗਤ ਜੀ ਉਸ ਜਥੇਦਾਰ ਨੇ ਚਾਪਲੂਸੀ ਕਰਦਿਆਂ ਹੋਇਆਂ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਇਹਨਾਂ ਪੰਕਤੀਆਂ ਦੇ ਅਰਥ ਇਸ ਢੰਗ ਦੇ ਨਾਲ ਕੀਤੇ, ਉਹਨੇ ਅਨਰਥ ਕਰਕੇ ਰੱਖ ਦਿੱਤੇ। ਉਹ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਇਹਨਾਂ ਪੰਕਤੀਆਂ ਦੇ ਅਰਥ ਕਰਦਾ ਹੈ। ਵੇਖੋ ਗੁਰੂ ਸਾਹਿਬ ਜੀ ਵੀ ਕਹਿੰਦੇ ਨੇ, ਉਹ ਕਹਿੰਦਾ ਵੇਖੋ ਗੁਰੂ ਸਾਹਿਬ ਜੀ ਵੀ ਖੁਸ਼ ਇਹ ਗੱਲ ਕਹਿੰਦੇ ਨੇ ਵੀ ਜੇ ਪਵਿੱਤਰਤਾ ਰਵੇਗੀ ਤੇ ਤਾਂ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
ਹਾਲਾਂਕਿ ਸਤਿਗੁਰੂ ਜੀ ਇੱਥੇ ਕਨਸੈਪਟ ਕੁਝ ਹੋਰ ਦੇ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਜੇ ਉਹ ਪਰਮਾਤਮਾ ਤੇਰੇ ਜੀਵਨ ਦੇ ਵਿੱਚ ਆਵੇਗਾ ਤੇ ਤਾਂ ਪਵਿੱਤਰਤਾ ਰਹਿਣੀ ਹੈ, ਤਾਂ ਤੇਰਾ ਜੀਵਨ ਪਵਿੱਤਰ ਮੰਨਿਆ ਜਾਣਾ ਹੈ। ਤੇ ਸਾਡੇ ਜਥੇਦਾਰ ਨੇ ਅਰਥ ਕਰ ਦਿੱਤੇ, ਜੇ ਤੇਰੇ ਜੀਵਨ 'ਚ ਪਵਿੱਤਰਤਾ ਹੋਵੇਗੀ ਤੇ ਤਾਂ ਉਹ ਪਰਮਾਤਮਾ ਜਿਹੜਾ ਹੈ ਉਹ ਤੇਰੇ ਕੋਲ ਆਵੇਗਾ, ਤਾਂ ਉਹ ਪਰਮਾਤਮਾ ਜਿਹੜਾ ਹੈ ਉਹ ਤੇਰੇ ਤੇ ਖੁਸ਼ ਹੋਵੇਗਾ। ਮੈਂ ਬੇਨਤੀ ਕਰਾਂ, ਸਫਾਈ ਅਭਿਆਨ ਨੂੰ, ਸਵੱਛਤਾ ਨੂੰ ਪਹਿਲ ਦੇਣੀ ਉਹ ਜ਼ਿੰਦਗੀ ਦਾ ਇੱਕ ਹਿੱਸਾ ਹੈ, ਅਹਿਮ ਅੰਗ ਹੈ, ਜ਼ਰੂਰੀ ਹੈ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਵੀ ਸਫਾਈ ਇੱਕ ਅਲੱਗ ਵਿਸ਼ਾ ਹੈ, ਸੁੱਚ ਭਿੱਟ ਪਵਿੱਤਰਤਾ ਸੁਚਮਤਾ ਇਹ ਬਿਲਕੁਲ ਇੱਕ ਉਲਟ ਵਿਸ਼ਾ ਹੈ। ਹੁਣ ਮੇਰਾ ਇੱਥੇ ਮਕਸਦ ਇਹ ਨਹੀਂ ਕਿ ਮੈਂ ਕਿਤੇ ਸਵੱਛ ਅਭਿਆਨ ਦਾ ਹਾਮੀ ਨਹੀਂ ਹਾਂ। ਸਵੱਛਤਾ ਹੋਣੀ ਚਾਹੀਦੀ ਹੈ, ਸਾਫ਼ ਸਫਾਈ ਜਿਹੜੀ ਹੈ ਉਹ ਸਾਡੇ ਆਲੇ ਦੁਆਲੇ ਬੜੀ ਜ਼ਰੂਰੀ ਹੈ। ਮੈਂ ਜਿਹੜੀ ਬੇਨਤੀ ਕਰਨੀ ਚਾਹ ਰਿਹਾ ਕਿ ਇੱਕ ਧਿਰ ਨੂੰ ਖੁਸ਼ ਕਰਨ ਦੇ ਲਈ ਕਿਵੇਂ ਸਾਡਾ ਜਥੇਦਾਰ ਜਿਹੜਾ ਹੈ, ਜਿਹਨੂੰ ਲੰਮੇਰਾ ਸਮਾਂ ਕੌਮ ਨੇ ਆਪਣੇ ਸਿਰ ਤੇ ਬਿਠਾ ਕੇ ਰੱਖਿਆ, ਉਹ ਇਹਨਾਂ ਪੰਕਤੀਆਂ ਦੇ ਅਰਥ ਕਰ ਰਿਹਾ ਹੈ। ਐਸਾ ਨਹੀਂ ਹੋ ਸਕਦਾ ਕਿ ਉਹਨੂੰ ਇਹਨਾਂ ਪੰਕਤੀਆਂ ਦੇ ਅਰਥ ਨਾ ਪਤਾ ਹੋਣਗੇ, ਪਰ ਚਾਪਲੂਸੀ, ਬਹੁਗਿਣਤੀ ਦੀ ਉਸ ਧਿਰ ਨੂੰ ਖੁਸ਼ ਕਰਨ ਦੇ ਲਈ ਗੁਰਮਤਿ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਦੇਣੀਆਂ, ਇਹ ਸਾਡੇ ਲੀਡਰਾਂ ਦੀ ਸ਼ੁਰੂ ਤੋਂ ਇੱਕ ਆਦਤ ਰਹੀ ਹੈ। ਸੋ ਮੈਂ ਫਿਰ ਇਹਨਾਂ ਪੰਕਤੀਆਂ ਦੇ ਅਰਥ ਆਪ ਜੀ ਦੇ ਨਾਲ ਦੁਹਰਾ ਦਿਆਂ ਕਿ ਇੱਥੇ ਜਿਹੜੇ ਅਰਥ ਬਣਦੇ ਨੇ ਉਹ ਗੁਰੂ ਨਾਨਕ ਸਾਹਿਬ ਜੀ ਇਹ ਕਹਿ ਰਹੇ ਨੇ, ਸੁੱਚ ਹੋਵੇ ਤਾਂ ਸੱਚ ਪਾਈਏ। ਜੇ ਉਸ ਸੱਚ ਨੂੰ ਪ੍ਰਾਪਤ ਕਰੇਗਾ ਤੇ ਤਾਂ ਤੇਰੇ ਜੀਵਨ ਦੇ ਵਿੱਚ ਸੁਚਮਤਾ ਰਹਿ ਸਕਦੀ ਹੈ, ਤਾਂ ਪਵਿੱਤਰਤਾ ਬਣ ਸਕਦੀ ਹੈ। ਬਾਹਰਲੀ ਸਫਾਈ ਕਰਨ ਦੇ ਨਾਲ ਤੇਰੇ ਜੀਵਨ ਦੇ ਵਿੱਚ ਉਹ ਸੱਚ ਨਹੀਂ ਆ ਸਕਦਾ। ਪਰ ਸਾਡੇ ਜਥੇਦਾਰ ਨੇ ਅਰਥ ਕੀਤੇ ਸਨ ਵੀ ਜੇ ਬਾਹਰਲੀ ਪਵਿੱਤਰਤਾ ਰਵੇਗੀ ਤੇ ਤਾਂ ਉਸ ਸੱਚ ਦੇ ਨਾਲ ਸਾਂਝ ਪੈਣੀ ਹੈ। ਜੇ ਐਸਾ ਕੋਈ ਖਿਆਲਾਤ ਹੈ ਤੇ ਫਿਰ ਖਿਮਾ ਕਰਨਾ, ਦੁਨੀਆ ਦੇ ਉੱਤੇ ਐਸੇ ਬਹੁਤਾਂਤ ਲੋਕ ਨੇ, ਭਾਰਤ ਦੀ ਧਰਤੀ ਦੇ ਵਿੱਚ ਹੀ ਐਸੇ ਬੜੇ ਲੋਕ ਨੇ ਜਿਹੜੇ ਗਰੀਬੀ ਰੇਖਾ ਤੋਂ ਨੀਵੇਂ ਨੇ, ਜਿਹੜੇ ਐਸੀਆਂ ਥਾਵਾਂ ਤੇ ਰਹਿੰਦੇ ਨੇ ਜਿੱਥੇ ਆਲੇ ਦੁਆਲੇ ਵੱਡੇ ਵੱਡੇ ਕੂੜੇ ਤੇ ਕਰਕਟ ਦੇ ਢੇਰ ਲੱਗੇ ਪਏ ਨੇ। ਕਿਤੇ ਜਾ ਕੇ ਵੇਖੋ, ਦਿੱਲੀ ਵਰਗੇ ਵੱਡਿਆਂ ਸ਼ਹਿਰਾਂ ਦੇ ਵਿੱਚ, ਕਿਤੇ ਬੰਬੇ ਵਰਗੇ ਵੱਡਿਆਂ ਸ਼ਹਿਰਾਂ ਦੇ ਵਿੱਚ, ਜਿੱਥੇ ਉਹਨਾਂ ਦੇ ਆਲੇ ਦੁਆਲੇ ਕੂੜੇ ਤੇ ਕਰਕਟ ਦੇ ਢੇਰ ਲੱਗੇ ਪਏ ਨੇ। ਪਰ ਖਿਮਾ ਕਰਨਾ, ਰੱਬ ਉਹਨਾਂ ਲੋਕਾਂ ਦੇ ਵਿੱਚ ਵੀ ਹੈ ਜਿਹੜੇ ਉਸ ਕੂੜੇ ਕਰਕਟ ਦੇ ਢੇਰ ਦੇ ਆਲੇ ਦੁਆਲੇ ਰਹਿ ਰਹੇ ਨੇ। ਖੈਰ, ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਜੀ ਕਹਿੰਦੇ ਨੇ ਬਾਹਰੋਂ ਤਾਂ ਨਿਰਮਲ, ਤੂੰ ਬਾਹਰੋਂ ਪਵਿੱਤਰ ਤਾਂ ਹੈ, ਤਾਂ ਤੇਰੀ ਬਾਹਰਲੀ ਪਵਿੱਤਰਤਾ ਸਕਾਰਤ ਹੈ, ਪ੍ਰਵਾਨ ਹੈ। ਜੀਓ ਨਿਰਮਲ, ਜੇ ਤੂੰ ਅੰਦਰੋਂ ਨਿਰਮਲ ਹੋ ਜਾਵੇਂ, ਪਵਿੱਤਰ ਹੋ ਜਾਵੇਂ, ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਪਵਿੱਤਰਤਾ ਪਤਾ ਆਉਣੀ ਕਿਵੇਂ ਹੈ, ਅੰਦਰਲੀ ਪਵਿੱਤਰਤਾ ਕਿਵੇਂ ਆਉਣੀ ਹੈ। ਸਤਿਗੁਰ ਤੇ ਕਰਨੀ ਕਮਾਣੀ। ਕਰਨੀ ਦੇ ਅਰਥ ਨੇ ਆਚਰਣ, ਕਮਾਣੀ ਦੇ ਅਰਥ ਨੇ ਕਮਾਈ। ਸਤਿਗੁਰ ਦੇ ਅਰਥ ਨੇ ਗੁਰੂ ਦੀ ਸਿੱਖਿਆ ਲੈ ਕਰਕੇ। ਜੇ ਤੂੰ ਗੁਰੂ ਦੀ ਸਿੱਖਿਆ ਲੈ ਕਰਕੇ ਆਪਣੇ ਆਚਰਣ ਦੀ ਕਮਾਈ ਕਰੇਗਾ, ਆਪਣੇ ਆਚਰਣ ਦੀ ਘਾਟ ਘੜੇਗਾ, ਜਿਹੜੀ ਗੱਲ ਸਤਿਗੁਰੂ ਜੀ ਕਹਿੰਦੇ ਨੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜੇ ਤੂੰ ਆਪਣੇ ਆਚਰਣ ਦੀ ਘਾਟ ਘੜੇਗਾ ਗੁਰੂ ਦੀ ਸਿੱਖਿਆ ਲੈ ਕਰਕੇ, ਸਤਿਗੁਰੂ ਜੀ ਕਹਿਣਗੇ ਇਹ ਅੰਦਰਲੀ ਪਵਿੱਤਰਤਾ ਤਾਂ ਬਣਨੀ ਹੈ। ਨਹੀਂ ਤਾਂ ਖਿਮਾ ਕਰਨਾ, ਬਾਹਰਲੀ ਪਵਿੱਤਰਤਾ ਨੇ, ਬਾਹਰਲੀ ਪਵਿੱਤਰਤਾ ਤੇ ਕਈ ਵਾਰੀ ਮਨੁੱਖ ਜਿਹੜਾ ਹੈ ਉਹ ਕਿਸੇ ਦੂਸਰੇ ਦੀ ਬਾਹਰਲੀ ਦਿੱਖ ਨੂੰ ਵੇਖ ਕੇ ਪ੍ਰਭਾਵਿਤ ਹੋ ਕਰਕੇ ਉਹ ਜੀ ਸੱਜ ਧੱਜ ਕਰ ਲੈਂਦਾ ਹੈ। ਬਾਹਰਲੀ ਸੱਜ ਧੱਜ ਇਨਸਾਨ ਜਿਹੜਾ ਉਹ ਕਰ ਲੈਂਦਾ ਹੈ, ਪਰ ਅੰਦਰਲੀ ਸੱਜ ਧੱਜ ਜਿਹੜੀ ਹੈ, ਅੰਦਰਲੀ ਪਵਿੱਤਰਤਾ ਜਿਹੜੀ ਹੈ, ਸੁਚਮਤਾ ਜਿਹੜੀ ਹੈ,
सतगुरु जी कह लगे वो तां ही हो सकती है सतगुर ते करनी कमाणी, जिन्हां ने गुरु की सिक्ख्या के मुताबक अपने आचरण की कमाई की है, अपने आचरण की घाट घड़ी है, फिर उन्हां दा मन भी पवित्र ते फिर उन्हां दा तन भी पवित्र। इतिहास की एक छोटी जी घटना आप जी के नाल साझी करके अगे इस पावन पौड़ी नूं आपां समझण दा यतन करांगे। वेखो, जिन्हां दी घाड़त गुरु करदा है, जिन्हां दे आचरण की घाड़त जिहड़ी है वो गुरु के द्वारा घड़ी जाती है, फिर किवें वो अंदरों भी पवित्र हो जाते हैं ते वो बाहरों भी पवित्र हो जाते हैं। इस इतिहास की घटना के राही आपां इस गल नूं समझण दा यतन करना है। वैसे गुरु का काम ही ये है, जिहड़ी आपां गल पढ़दे हैं ना, बलहारी गुर अपने दिहाड़ी सदवार, जिन मानस ते देवते किए करत ना लागी वार। गुरु का काम ही ये है जिंदगी की घाड़त करनी, बाशर्ते भी जे तू गुरु के कोल इस वेदना नूं लै करके आ जावे, इस भावना दे नाल आ जावे। सो गल कर रहे सी कि जिन्हां दे जीवन की गुरु घाड़त घटदा है, ਜਿਹੜੇ गुरु की सिक्ख्या के मुताबक अपने जीवन के आचरण नूं घड़दे ने, फिर वो किवें अंदरों ते बाहरों पवित्र हो जाते हैं। इतिहास के पन्नियां दे विच जिक्र हुंदा है, गुरु नानक साहिब जी महाराज नूं एक शख्स मिलता है। गुरु नानक साहिब जी महाराज उसनूं पुछदे ने भी तेरा किता की है। जदों गुरु नानक साहिब जी महाराज नूं आके मत्था टेकदा है, उस संगत दे विच बैठदा है, उन्होंने विचारां बड़ियां चंगियां लगदियां ने गुरु नानक साहिब जी महाराज दियां, ते वो गुरु नानक साहिब जी नूं कहंदा भी मैं तुहाडा सिख बनना चाहुंदा, मैं तुहाडी इस विचारधारा नूं अपने जीवन दे विच अपनाउणा चाहुंदा। ते गुरु नानक साहिब जी महाराज उसनूं पहला सवाल करदे ने भी तेरा किता की है, तू काम की करदा है। ते वो अगों जवाब दिंदा भी मैं चोर हाँ। सतगुरु जी कहते हैं तेरा नाम की है, वो कहता मेरा नाम भूमिया। लोग कहते हैं भूमिया चोर। सतगुरु जी नूं कहंदा मैं तुहाडी ये विचार दा बड़ा कायल होया वां, मैं ये विचार अपनाउणी चाहुंदा, पर मेरी एक मजबूरी है, मैं इस विचार नूं चाह के भी अपना नहीं सकता। सतगुरु जी कह लगे भी वो क्यों? ते भूमिया जिहड़ा चोर है ना, आपां वैसे भाई भूमिया जी कह के उन्होंने याद करिए तो ज़्यादा वधिया होगा, क्योंकि वो साडे नालों वधिया है, साडे नालों चंगा है। जदों उन्होंने अपने उस किते की समझ लगी है भी मेरा किता जिहड़ा है, मेरा कर्म जिहड़ा है वो वधिया नहीं, चंगा नहीं, उस वेले वो अपने कर्म नूं त्याग दिंदा है। खैर भाई भूमिया जी कहते भी मैं चाह के भी तुहाडी विचार नूं अपना नहीं सकता, क्योंकि मेरी मजबूरी है, मेरी रोजी रोटी इस किते तो चलती है, मेरी रोजी रोटी इस कर्म तो चलती है, मैं एक किता नहीं छड़ सकता। ते तुहाडी विचारधारा ये है चोर की हामा भरै ना कोई, चोर किया चंगा क्यों होए। सतगुरु गुरु नानक साहिब जी महाराज हस पे। सतगुरु जी कह लगे भी भलिया तेनों किने ये गल कह दी भी मैं तेनों तेरा किता छडाउण दे लई कहांगा। सतगुरु जी कह लगे तू इस विचारधारा तो खुश है, तेरे ते कोई धक्का नहीं है, जबरदस्ती नहीं है, तेरे नाल कोई जोर नहीं है, जे तू खुश है तो तू खुशी खुशी अपना सकता है। वो कहता जी मैं अपना किता नहीं छड़ सकता। सतगुरु जी कह लगे ना छड़, तेनों कौन कहता है किता छड्डण दे लई? खिमा करना, गुरु नानक साहिब जी महाराज का धर्म जिहड़ा है वो किसी के उत्ते धक्का करन दा कॉन्सैप्ट नहीं देता। अज जिवें अज डांगा चक्की बैठे ने ना,
ਸਾਡੇ ਅੰਦਰ ਐਸੇ ਫਿਰਕੇ ਵੀ ਪੈਦਾ ਹੋ ਗਏ ਵੀ ਉਹ ਡਾਂਗਾ ਚੱਕੀ ਬੈਠੇ ਨੇ ਧੱਕੇ ਨਾਲ। ਉਹ ਕਦੇ ਨਾਈਆਂ ਦੀਆਂ ਦੁਕਾਨਾਂ ਬੰਦ ਕਰਾ ਰਹੇ ਨੇ, ਕਦੇ ਉਹ ਕਿਸੇ ਦੀਆਂ ਦੁਕਾਨਾਂ ਬੰਦ ਕਰਾ ਰਹੇ ਨੇ। ਆ ਪਿੱਛੇ ਜੇ ਵਾਪਰਿਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲੇ ਮਹੱਲੇ ਤੇ ਉਹ ਲੈ ਕੇ ਬਰਸ਼ਾ ਤੇ ਦੂਸਰਿਆਂ ਦੀਆਂ ਸਿਰਾਂ ਤੋਂ ਟੋਪੀਆਂ ਲਾ ਕੇ ਉਹ ਬਰਸ਼ਿਆਂ ਦੇ ਵਿੱਚ ਟੰਗ ਰਹੇ ਨੇ ਵੀ ਅਸੀਂ ਤੁਹਾਨੂੰ ਹੋਲੇ ਮਹੱਲੇ ਤੇ ਟੋਪੀ ਨਹੀਂ ਪਾਉਣ ਦੇਣੀ। ਖਿਮਾ ਕਰਨਾ, ਮੈਂ ਇਸ ਗੱਲ ਦਾ ਹਾਮੀ ਨਹੀਂ ਆ, ਮੈਂ ਇਸ ਗੱਲ ਦਾ ਹਾਮੀ ਨਹੀਂ ਕਿ ਉਹ ਲੋਕ ਟੋਪੀਆਂ ਪਾਉਣ। ਗੁਰੂ ਨਾਨਕ ਸਾਹਿਬ ਦਾ ਘਰ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਹ ਸ਼ਹਿਰ ਹੈ, ਉੱਥੇ ਦਸਤਾਰਾਂ ਵਾਲੇ ਨਜ਼ਰ ਆਉਣੇ ਚਾਹੀਦੇ ਨੇ। ਮੈਂ ਵੀ ਇਸ ਗੱਲ ਦਾ ਵਿਰੋਧ ਕਰਦਾ ਵੀ ਟੋਪੀਆਂ ਜਿਹੜੀਆਂ ਨੇ ਪਾਣੀਆਂ, ਸਿੱਖ ਹੋਵੇ ਤੇ ਆਪਣੇ ਆਪ ਨੂੰ ਅਖਵਾਉਂਦਾ ਸਿੱਖ ਹੋਵੇ ਤੇ ਸਿਰ ਤੇ ਟੋਪੀ ਪਾਈ ਹੋਵੇ, ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿੱਖੀ ਦੀ ਤੋਹੀਨ ਹੈ। ਪਰ ਮੈਂ ਇਸ ਗੱਲ ਦਾ ਵੀ ਹਾਮੀ ਨਹੀਂ ਕਿ ਧੱਕੇ ਦੇ ਨਾਲ ਕਿਸੇ ਦੀਆਂ ਪਾਈਆਂ ਟੋਪੀਆਂ ਜਿਹੜੀਆਂ ਨੇ ਉਹ ਤੁਸੀਂ ਲਵਾ ਕੇ ਤੇ ਬਰਸ਼ਿਆਂ ਦੇ ਉੱਤੇ ਟੰਗ ਕੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕਰਦੇ ਫਿਰੋ ਵੀ ਅਸੀਂ ਪਤਾ ਨਹੀਂ ਕਿੱਡਾ ਕੋ ਵੱਡਾ ਮਾਰਕਾ ਮਾਰਿਆ। ਇਹ ਗੁਰੂ ਨਾਨਕ ਸਾਹਿਬ ਦਾ ਘਰ ਨਹੀਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਨੇ ਪਿਆਰ ਤੇ ਹਲੀਮੀ ਦੇ ਰਾਹੀਂ ਲੋਕਾਂ ਦੇ ਜੀਵਨ ਨੂੰ ਬਦਲਿਆ ਹੈ, ਧੱਕੇ ਤੇ ਜ਼ੋਰ ਜ਼ਬਰਦਸਤੀ ਦੇ ਰਾਹੀਂ ਨਹੀਂ। ਅੱਜ ਤੁਸੀਂ ਅਗਲਿਆਂ ਦੀਆਂ ਟੋਪੀਆਂ ਲਾ ਰਹੇ, ਕੱਲ ਨੂੰ ਕੋਈ ਤੁਹਾਡੀਆਂ ਪੱਗਾਂ ਨੂੰ ਹੱਥ ਪਾਵੇਗਾ, ਫਿਰ ਤੁਸੀਂ ਚੀਕਾਂ ਮਾਰੋਗੇ ਸਾਡੀ ਪੱਗ ਰੋਲ ਦਿੱਤੀ। ਖਿਮਾ ਕਰਨਾ, ਜੇ ਉਹ ਭਟਕ ਚੁੱਕੇ ਨੇ ਨੌਜਵਾਨ, ਜੇ ਉਹ ਕੁਰਾਹੇ ਪੈ ਚੁੱਕੇ ਨੇ, ਜੇ ਉਹਨਾਂ ਨੇ ਪੱਗਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ ਤੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਹੈ, ਉਹਦਾ ਐਨਾਲਾਈਸਿਸ ਕੀਤਾ ਜਾ ਸਕਦਾ ਹੈ ਵੀ ਜੇ ਉਹ ਟੋਪੀਆਂ ਤੱਕ ਪਹੁੰਚੇ ਨੇ ਤੇ ਕਿਉਂ ਪਹੁੰਚੇ ਨੇ, ਘਾਟ ਕਿੱਥੇ ਰਹਿ ਗਈ ਹੈ। ਸਾਡੇ ਆਗੂਆਂ 'ਚ ਕਮੀ ਰਹਿ ਗਈ ਹੈ, ਸਾਡੇ ਪ੍ਰਚਾਰਕਾਂ 'ਚ ਕਮੀ ਰਹਿ ਗਈ ਹੈ, ਸਾਡੀਆਂ ਰਾਗੀਆਂ ਭਾਈਆਂ ਤੇ ਢਾਡੀਆਂ 'ਚ ਕਿਤੇ ਕਮੀ ਰਹਿ ਗਈ ਹੈ, ਸਾਡੇ ਵੱਡੇ ਵੱਡੇ ਦੀਵਾਨ ਸਜਾਉਣ 'ਚ ਕਿਤੇ ਕਮੀ ਰਹਿ ਗਈ ਹੈ। ਜੇ ਅਸੀਂ ਇੰਨਾ ਕੁਝ ਕਰਕੇ ਵੀ ਅੱਜ ਨੌਜਵਾਨਾਂ ਨੂੰ ਇਹ ਗੱਲ ਨਹੀਂ ਦੱਸ ਸਕੇ ਵੀ ਟੋਪੀ ਜਿਹੜੀ ਹੈ ਉਹ ਸਿੱਖੀ ਦੀ ਨਿਸ਼ਾਨੀ ਨਹੀਂ, ਸਿੱਖੀ ਦੀ ਨਿਸ਼ਾਨੀ ਗੁਰੂ ਦੀ ਦਿੱਤੀ ਹੋਈ ਦਸਤਾਰ ਹੈ। ਸਿੱਖੀ ਦੀ ਸ਼ਾਨ ਜਿਹੜੀ ਹੈ ਉਹ ਕਲਗੀਧਰ ਪਾਤਸ਼ਾਹ ਦੇ ਵੱਲੋਂ ਦਿੱਤੀ ਹੋਈ ਇਹ ਦਸਤਾਰ ਹੈ। ਜੇ ਅੱਜ ਅਸੀਂ ਨੌਜਵਾਨਾਂ ਨੂੰ ਨਹੀਂ ਇਹ ਗੱਲ ਸਮਝਾ ਸਕੇ ਤੇ ਇਹਦੇ ਵਿੱਚ ਕਮੀ ਕਿਤੇ ਨਾ ਕਿਤੇ ਸਾਡੀ ਹੈ। ਇਹ ਉਹਨਾਂ ਨੌਜਵਾਨਾਂ ਦਾ ਕਸੂਰ ਨਹੀਂ, ਪਰ ਅਸੀਂ ਧੱਕੇ ਦੇ ਨਾਲ ਉਹਨਾਂ ਦੀਆਂ ਟੋਪੀਆਂ ਲਾ ਕੇ ਅਸੀਂ ਕੋਈ ਬਹੁਤਾ ਸਿੱਖੀ ਦਾ ਸਵਾਰ ਨਹੀਂ ਰਹੇ, ਅਸੀਂ ਬਲਕਿ ਉਹਨਾਂ ਨੌਜਵਾਨਾਂ ਦੇ ਮਨਾਂ ਦੇ ਅੰਦਰ ਨਫ਼ਰਤ ਪੈਦਾ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਸਿੱਖੀ ਤੋਂ ਦੂਰ ਕਰ ਰਹੇ ਹਾਂ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜਿਹੜਾ ਮਤ ਹੈ, ਇਹ ਜਿਹੜੀ ਵਿਚਾਰਧਾਰਾ ਹੈ, ਇਹ ਕਿਸੇ ਦੇ ਉੱਤੇ ਧੱਕੇ ਦੀ ਵਿਚਾਰਧਾਰਾ ਨਹੀਂ ਹੈ, ਇਹ ਤਾਂ ਵਿਚਾਰ ਦੀ ਵਿਚਾਰਧਾਰਾ ਹੈ। ਇਹ ਤਾਂ ਕਿਸੇ ਦੇ ਨਾਲ ਆਪਣੀ ਗੱਲ ਨੂੰ ਸਾਂਝਾ ਕਰ ਲੈਣ ਦੀ ਵਿਚਾਰਧਾਰਾ ਹੈ। ਅਗਲਾ ਸਮਝੇ ਤੇ ਭਾਵੇਂ ਨਾ ਸਮਝੇ, ਉਹ ਉਹਦੇ ਉੱਤੇ ਡਿਪੈਂਡ ਹੈ। ਸੋ ਸਤਿਗੁਰੂ ਜੀ ਹੱਸ ਪਏ ਜਦੋਂ ਭੂਮੀਆਂ ਚੋਰ ਕਹਿੰਦਾ ਨਾ ਵੀ ਮੈਂ ਇਹ ਧਾਰਨ ਨਹੀਂ ਕਰ ਸਕਦਾ ਚਾਹ ਕੇ ਵੀ, ਕਿਉਂਕਿ ਮੈਂ ਆਪਣਾ ਕਿੱਤਾ ਨਹੀਂ ਛੱਡ ਸਕਦਾ। ਸਤਿਗੁਰੂ ਜੀ ਕਹਿਣ ਲੱਗੇ ਤੈਨੂੰ ਤੇਰਾ ਕਿੱਤਾ ਛੱਡਣ ਦੇ ਲਈ ਕਹਿੰਦਾ ਕੌਣ ਹੈ? ਬਸ ਤਿੰਨ ਗੱਲਾਂ ਜਿਹੜੀਆਂ ਨੇ ਆਪਣੇ ਪੱਲੇ ਦੇ ਨਾਲ ਬੰਨ ਲੈ। ਆਪਾਂ ਵਿਚਾਰ ਕਰ ਰਹੇ ਹਾਂ ਸਾਧ ਸੰਗਤ ਜੀ ਵੀ ਗੁਰੂ ਜਿਹੜਾ ਕਿਵੇਂ ਘਾਟ ਘੜਦਾ ਹੈ ਤੇ ਜਿਨ੍ਹਾਂ ਦੇ ਜੀਵਨ ਦੀ ਘਾਟ ਗੁਰੂ ਨੇ ਘੜ ਦਿੱਤੀ ਹੈ, ਫਿਰ ਉਹ ਕਿਵੇਂ ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ ਹੋ ਜਾਂਦੇ ਨੇ, ਉਹ ਫਿਰ ਕਿਵੇਂ ਅੰਦਰੋਂ ਬਾਹਰੋਂ ਪਵਿੱਤਰ ਹੋ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਤਿੰਨ ਗੱਲਾਂ ਆਪਣੇ ਪੱਲੇ ਬੰਨ ਲੈ। ਕਿਹੜੀਆਂ ਕਿਹੜੀਆਂ? ਸਭ ਤੋਂ ਪਹਿਲਾਂ ਗਰੀਬ ਮਾਰ ਨਹੀਂ ਕਰਨੀ, ਚੋਰੀ ਕਰ ਪਰ ਕਿਸੇ ਦੀ ਗਰੀਬ ਮਾਰ ਨਾ ਕਰੀ। ਦੂਸਰੀ ਗੱਲ ਝੂਠ ਨਹੀਂ ਬੋਲਣਾ। ਤੀਸਰੀ ਗੱਲ ਕਿਸੇ ਦਾ ਖਾ ਕੇ ਹਰਾਮ ਨਹੀਂ ਕਰਨਾ। ਹੁਣ ਇਤਿਹਾਸ ਦੀ ਘਟਨਾ ਦੇ ਮੁਤਾਬਕ ਕਿਸੇ
ਸ਼ਾਹੂਕਾਰ ਦੇ ਘਰ ਚਲਾ ਗਿਆ, ਕਿਸੇ ਰਾਜੇ ਦੇ ਘਰ ਚਲਾ ਗਿਆ ਚੋਰੀ ਕਰਨ, ਕਿਉਂਕਿ ਗਰੀਬ ਮਾਰ ਨਹੀਂ ਸੀ ਕਰਨੀ। ਉੱਥੇ ਸਾਰਾ ਸਾਜੋ ਸਮਾਨ ਬੰਨ ਲਿਆ। ਜਦੋਂ ਗਿਆ ਹੀ ਹੈ ਤੇ ਦਰਬਾਨ ਪੁੱਛਦਾ ਵੀ ਕੌਣ, ਉਹਨੂੰ ਕਹਿੰਦਾ ਚੋਰ ਆ। ਦਰਬਾਨ ਹੱਸ ਪਿਆ, ਉਹਨੇ ਗੱਲ ਗੋਲੀ ਅਣਗੋਲੀ ਕਰ ਦਿੱਤੀ ਵੀ ਕਦੇ ਚੋਰ ਵੀ ਆਪਣੇ ਆਪ ਨੂੰ ਚੋਰ ਕਹਿੰਦਾ, ਚੋਰ ਨੂੰ ਤਾਂ ਲੱਖਾਂ ਵਾਰੀ ਕੁੱਟ ਪੈ ਜਾਏ ਤੇ ਉਹ ਫਿਰ ਵੀ ਇਹੀ ਗੱਲ ਕਹਿੰਦਾ ਵੀ ਮੈਂ ਚੋਰੀ ਨਹੀਂ ਕੀਤੀ। ਇਹ ਕੋਈ ਰਾਜੇ ਦਾ ਕੋਈ ਜਾਣ ਪਛਾਣ ਵਾਲਾ ਹੋਵੇਗਾ ਜਿਹੜਾ ਮੇਰੇ ਨਾਲ ਮਜ਼ਾਕ ਕਰ ਰਿਹਾ। ਉਹ ਦਰਬਾਨ ਨੇ ਜਾਣ ਦਿੱਤਾ। ਜਦੋਂ ਜਾ ਕੇ ਸਾਰਾ ਸਾਜੋ ਸਮਾਨ ਬੰਨ ਲਿਆ, ਤੁਰਨ ਲੱਗਾ ਤੇ ਰਾਜੇ ਦੇ ਡਾਈਨਿੰਗ ਟੇਬਲ ਦੇ ਉੱਤੇ ਕੁਝ ਪਿਆ ਹੈ। ਉਹ ਜਦੋਂ ਖਾਧਾ ਤੇ ਗੁਰੂ ਦੀ ਗੱਲ ਚੇਤੇ ਆ ਗਈ। ਕਿੰਨਾ ਭਾਗਾਂ ਵਾਲਾ ਹੋਵੇਗਾ ਭੂਮੀਆ ਜਿਨੇ ਗੁਰਬਾਣੀ ਦੀਆਂ ਇਹਨਾਂ ਬੋਲਾਂ ਨੂੰ ਆਪਣੇ ਜੀਵਨ ਦੇ ਵਿੱਚ ਉਸ ਵੇਲੇ ਪ੍ਰੈਕਟੀਕਲ ਰੂਪ ਦਿੱਤਾ। ਗੁਰੂ ਮੇਰਾ ਸੰਗ ਸਦਾ ਹੈ ਨਾਲੇ। ਗੁਰੂ ਦੀ ਗੱਲ ਚੇਤੇ ਆ ਗਈ ਵੀ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ। ਬੰਨਿਆ ਬਣਾਇਆ ਸਾਜੋ ਸਮਾਨ ਜਿਹੜਾ ਉਹ ਉੱਥੇ ਸੁੱਟ ਦਿੱਤਾ। ਸਵੇਰ ਹੋਈ ਹੈ, ਰਾਜੇ ਨੂੰ ਪਤਾ ਲੱਗਾ ਵੀ ਚੋਰੀ ਹੋਣ ਲੱਗੀ ਸੀ, ਬਚ ਗਈ ਹੈ। ਜਿੰਨੇ ਵੀ ਇਲਾਕੇ ਦੇ ਚੋਰ ਸਨ ਸਾਰੇ ਜਿਹੜੇ ਸਨ ਉਹ ਰਾਜੇ ਨੇ ਗ੍ਰਿਫਤਾਰ ਕਰਾ ਲਏ। ਜਦੋਂ ਉਹਨਾਂ ਦੀ ਮਾਰਕੁੱਟ ਹੋਈ, ਇਸ ਨੂੰ ਵੀ ਪਤਾ ਲੱਗਾ ਵੀ ਮੇਰੇ ਕਰਕੇ ਨਜਾਇਜ਼ ਉਹਨਾਂ ਵਿਚਾਰਿਆਂ ਦੀ ਮਾਰਕੁੱਟ ਹੋ ਰਹੀ ਹੈ। ਜਾ ਕੇ ਸੱਚ ਕਹਿ ਦਿੰਦਾ ਵੀ ਮੈਂ ਆਇਆ ਸਾਂ, ਪਰ ਐਵੇਂ ਮੇਰੇ ਨਾਲ ਵਾਪਰਿਆ। ਮੇਰੇ ਗੁਰੂ ਦਾ ਉਹ ਵਚਨ ਜਿਹੜਾ ਸੀ ਉਹ ਮੈਨੂੰ ਯਾਦ ਆ ਗਿਆ। ਮੈਂ ਤੇਰਾ ਸਾਰਾ ਸਾਜੋ ਸਮਾਨ ਬੰਨਿਆ ਬਣਾਇਆ ਉੱਥੇ ਛੱਡ ਕੇ ਮੈਂ ਚਲਾ ਗਿਆ। ਰਾਜਾ ਬੜਾ ਪ੍ਰਭਾਵਿਤ ਹੋਇਆ ਵੀ ਵਾਕਈ ਇਹੋ ਜਿਹਾ ਵੀ ਜੀਵਨ ਹੁੰਦਾ, ਇਹੋ ਜਿਹਾ ਵੀ ਆਚਰਣ ਗੁਰੂ ਕਰ ਦਿੰਦਾ। ਜਿਹੜੇ ਬੰਦੇ ਤੇ ਮੈਂ ਬੇਨਤੀ ਕਰਾਂ ਭਾਈ ਭੂਮੀਆ ਉੱਥੇ ਕੇਵਲ ਅੰਦਰੋਂ ਹੀ ਪਵਿੱਤਰ ਨਹੀਂ ਹੋਇਆ, ਉਹ ਬਾਹਰੋਂ ਵੀ ਪਵਿੱਤਰ ਬਣ ਗਿਆ। ਉਹ ਬਾਹਰੋਂ ਵੀ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਨਾ ਉਹਨੇ ਸ਼ੁਰੂ ਕਰ ਦਿੱਤਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਫਿਰ ਉਹਨਾਂ ਦੇ ਜੀਵਨ ਦੇ ਵਿੱਚ ਝੂਠ ਦੀ ਖਬਰ ਵੀ ਨਹੀਂ ਉਹਨਾਂ ਦੇ ਜੀਵਨ ਦੇ ਵਿੱਚ ਆਉਂਦੀ, ਝੂਠ ਉਹਨਾਂ ਦੇ ਲਾਗੇ ਵੀ ਨਹੀਂ ਆਉਂਦਾ। ਮਨਸਾ ਸੱਚ ਸਮਾਣੀ, ਤੇ ਉਹਨਾਂ ਦੀ ਜਿਹੜੀ ਮਨਸ਼ਾ ਹੈ ਉਹ ਹਮੇਸ਼ਾ ਪ੍ਰਮਾਤਮਾ ਦੇ ਸਿਮਰਨ ਦੇ ਉੱਤੇ ਆ ਕੇ ਮੁੱਕ ਜਾਂਦੀ ਹੈ। ਭਾਵ ਉਹਨਾਂ ਦੇ ਜੀਵਨ 'ਚ ਫਿਰ ਕੋਈ ਹੋਰ ਮਨਸ਼ਾ ਨਹੀਂ ਰਹਿ ਜਾਂਦੀ, ਕੋਈ ਆਸ਼ਾ ਨਹੀਂ ਰਹਿ ਜਾਂਦੀ। ਤੇ ਸਤਿਗੁਰੂ ਜੀ ਕਹਿਣ ਲੱਗੇ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਉਹ ਵਪਾਰੀ ਭਲੇ ਨੇ, ਚੰਗੇ ਨੇ, ਜਿਨ੍ਹਾਂ ਨੇ ਗੁਰੂ ਦੇ ਕੋਲੋਂ ਆਪਣੇ ਆਚਰਣ ਦੀ ਘਾਟ ਕਢਵਾ ਲਈ ਹੈ ਤੇ ਆਪਣੇ ਇਸ ਮਨੁੱਖਾ ਜਨਮ ਦੀ ਇਸ ਕਮਾਈ ਨੂੰ ਉਹਨਾਂ ਨੇ ਖੱਟ ਲਿਆ ਹੈ, ਭਾਵ ਸਫਲ ਕਰ ਲਿਆ ਹੈ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਨਾਨਕ ਇਹ ਗੱਲ ਆਖਦਾ ਹੈ, ਸਤਿਗੁਰੂ ਜੀ ਕਹਿਣ ਲੱਗੇ ਜਿਨ੍ਹਾਂ ਦੇ ਮਨ ਪਵਿੱਤਰ ਹੋ ਜਾਂਦੇ ਨੇ ਨਾ, ਗੁਰੂ ਜਦੋਂ ਆਚਰਣ ਦੀ ਘਾਟ ਘੜਦਾ ਹੈ, ਸਦਾ ਰਹੇ ਗੁਰ ਨਾਲੇ, ਫਿਰ ਉਹ ਸਦਾ ਹੀ ਗੁਰੂ ਦੇ ਨਾਲ ਰਹਿੰਦੇ ਨੇ। ਗੁਰੂ ਦੇ ਨਾਲ ਰਹਿਣ ਤੋਂ ਭਾਵ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ, ਗੁਰੂ ਦੀ ਵਿਚਾਰਧਾਰਾ ਫਿਰ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ ਹੈ। ਉਹ ਜਿੱਥੇ ਮਰਜੀ ਜਾਣ, ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਉਹਨਾਂ ਦੇ ਜੀਵਨ ਨੂੰ ਹਰ ਵੇਲੇ ਅੰਦਰੋਂ ਤੇ ਬਾਹਰੋਂ ਪਵਿੱਤਰ ਕਰਕੇ ਰੱਖਦਾ ਹੈ। ਜਿਵੇਂ ਭਾਈ ਭੂਮੀਏ ਜੀ ਦੇ ਜੀਵਨ ਨੂੰ ਸਤਿਗੁਰੂ ਜੀ ਦਾ ਉਪਦੇਸ਼ ਪਵਿੱਤਰ ਕਰਕੇ ਭਾਈ ਭੂਮੀਏ ਜੀ ਦਾ ਜੀਵਨ ਨੂੰ ਗੁਰੂ ਦੇ ਉਪਦੇਸ਼ ਨੇ ਪਵਿੱਤਰ ਕਰ ਦਿੱਤਾ। ਸੋ ਭਾਗਾਂ ਵਾਲਿਓ, ਇਸ ਪਾਵਨ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਇਹੀ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਭਲਿਆ ਜੇ ਤੂੰ ਅੰਦਰੋਂ ਪਵਿੱਤਰ ਹੋਵੇਂਗਾ ਤੇ ਤੇਰੀ ਬਾਹਰਲੀ ਪਵਿੱਤਰਤਾ ਤਾਂ ਸਕਾਰਤ ਹੈ, ਤੇ ਅੰਦਰਲੀ ਪਵਿੱਤਰਤਾ ਜਿਹੜੀ ਹੈ ਉਹ ਇਸ ਢੰਗ ਦੇ ਨਾਲ ਤੇਰੇ ਜੀਵਨ ਦੇ ਵਿੱਚ ਆਵੇਗੀ ਜੇ ਤੂੰ ਗੁਰੂ ਦੀ ਸਿੱਖਿਆ ਦੇ ਉੱਤੇ ਚੱਲ ਕੇ ਆਪਣੇ ਆਚਰਣ ਦੀ ਘਾਟ ਘੜੇਗਾ, ਚੰਗੀਆਂ ਕਰਮਾਂ ਦੀ ਕਮਾਈ ਜਿਹੜੀ ਹੈ ਉਹ ਆਪਣੇ ਜੀਵਨ ਦੇ ਵਿੱਚ ਕਮਾਉਣੀ ਸ਼ੁਰੂ ਕਰੇਗਾ। ਤਾਂ ਤੇਰੇ ਹੋ ਸਕਣਗੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਵੇਲੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।